ਜਦੋਂ ਵੀ ਰੇਡੀਓ ਦੇ ਖੋਜੀ ਦਾ ਨਾਂ ਲਿਆ ਜਾਂਦਾ ਹੈ ਤਾਂ ਇੱਕੋ ਹੀ ਨਾਮ ਸਭ ਦੇ ਦਿਮਾਗ ਵਿੱਚ ਆਉਂਦਾ ਹੈ, ਗੁਗਲੀਲਮੋ ਮਾਰਕੋਨੀ। ਪਰ ਤੁਸੀਂ ਜਾਣਦੇ ਹੋ, ਹਰ ਵੱਡੀ ਕਹਾਣੀ ਵਾਂਗ ਇਸ ਦੇ ਪਿੱਛੇ ਵੀ ਕਈ ਹੋਰ ਕਹਾਣੀਆਂ ਛੁਪੀਆਂ ਹੁੰਦੀਆਂ ਨੇ, ਜਿਹੜੀਆਂ ਇਸ ਨੂੰ ਹੋਰ ਵੀ ਦਿਲਚਸਪ ਬਣਾਉਂਦੀਆਂ ਨੇ। ਤਾਂ ਚਲੋ ਅੱਜ ਮਿਲ ਕੇ ਇਸ ਕਹਾਣੀ ਦੀਆਂ ਪਰਤਾਂ ਖੋਲ੍ਹਦੇ ਹਾਂ ਅਤੇ ਸਮਝਦੇ ਹਾਂ ਉਸ ਚੰਗਿਆੜੀ ਨੂੰ ਜਿਸ ਨੇ ਸਾਡੀ ਦੁਨੀਆ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ। ਸੋਚੋ, ਇਹ ਸ਼ਬਦ ਖੁਦ ਮਾਰਕੋਨੀ ਦੇ ਹਨ, ਇੱਕ ਐਸੇ ਇਨਸਾਨ ਦੇ ਜੋ ਆਪਣੀ ਖੋਜ ਦੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਇਹ ਇੱਕ ਸਵਾਲ ਸਾਨੂੰ ਦੱਸਦਾ ਹੈ ਕਿ ਰੇਡੀਓ ਦੀ ਕਹਾਣੀ ਸਿਰਫ ਇੱਕ ਖੋਜ ਦੀ ਨਹੀਂ, ਬਲਕਿ ਇੱਕ ਐਸੀ ਤਾਕਤ ਨੂੰ ਜਗਾਉਣ ਦੀ ਹੈ ਜਿਸ ਦੇ ਅਸਰ ਬਾਰੇ ਖੋਜੀ ਖੁਦ ਵੀ ਸੋਚ ਵਿੱਚ ਪੈ ਗਿਆ ਸੀ। ਖੈਰ, ਇਹ ਉਹ ਤਸਵੀਰ ਹੈ ਜਿਸ ਨਾਲ ਅਸੀਂ ਸਾਰੇ ਜਾਣੂ ਹਾਂ। ਮਾਰਕੋਨੀ, ਇੱਕ ਇਕੱਲਾ ਜੀਨੀਅਸ ਜਿਸਨੇ ਹਵਾ ਵਿੱਚੋਂ ਸੰਦੇਸ਼ ਭੇਜਣ ਦਾ ਤਰੀਕਾ ਲੱਭਿਆ ਤੇ ਬਿਨਾਂ ਤਾਰਾਂ ਦੇ ਸੰਚਾਰ ਦਾ ਇੱਕ ਨਵਾਂ ਯੁੱਗ ਸ਼ੁਰੂ ਕੀਤਾ। ਇਹ ਇੱਕ ਬਹੁਤ ਹੀ ਮਸ਼ਹੂਰ ਤੇ ਤਾਕਤਵਰ ਕਹਾਣੀ ਹੈ ਅਤੇ ਇਸ ਕਹਾਣੀ ਦੇ ਕੇਂਦਰ ਵਿੱਚ ਹੈ ਇਹ ਨੰਬਰ 2200 ਮੀਲ। 1901 ਵਿੱਚ ਮਾਰਕੋਨੀ ਨੇ ਦਾਅਵਾ ਕੀਤਾ ਕਿ ਉਸਨੇ ਐਟਲਾਂਟਿਕ ਮਹਾਸਾਗਰ ਦੇ ਪਾਰ 2200 ਮੀਲ ਦੂਰ ਪਹਿਲਾ ਵਾਇਰਲੈਸ ਸਿਗਨਲ ਭੇਜਿਆ ਹੈ। ਇਸ ਇੱਕ ਕਾਮਯਾਬੀ ਨੇ ਉਸਨੂੰ ਇੱਕ ਲੀਜੈਂਡ ਬਣਾ ਦਿੱਤਾ ਅਤੇ ਸੰਚਾਰ ਦੀਆਂ ਸੰਭਾਵਨਾਵਾਂ ਨੂੰ ਹਮੇਸ਼ਾ ਲਈ ਬਦਲ ਦਿੱਤਾ। ਪਰ ਇੱਥੇ ਹੀ ਕਹਾਣੀ ਇੱਕ ਦਿਲਚਸਪ ਮੋੜ ਲੈਂਦੀ ਹੈ। ਕੀ ਮਾਰਕੋਨੀ ਨੇ ਇਹ ਸਭ ਕੁਝ ਇਕੱਲੇ ਹੀ ਸੋਚਿਆ ਸੀ ਜਾਂ ਕੀ ਉਹ ਇੱਕ ਲੰਬੀ ਵਿਗਿਆਨਿਕ ਯਾਤਰਾ ਦਾ ਆਖਰੀ ਪੜਾਅ ਸੀ? ਇਸ ਸਵਾਲ ਦਾ ਜਵਾਬ ਲੱਭਣ ਲਈ ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ। ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲੇ ਹਿੱਸੇ ਨਾਲ, ਇੱਕ ਅਦਿੱਖ ਢਾਂਚਾ। ਦੇਖੋ, ਮਾਰਕੋਨੀ ਦੀ ਕਾਮਯਾਬੀ ਨੂੰ ਸਮਝਣ ਲਈ ਸਾਨੂੰ ਪਹਿਲਾਂ ਉਸ ਵਿਗਿਆਨ ਨੂੰ ਸਮਝਣਾ ਪਵੇਗਾ ਜੋ ਉਸਦੇ ਸਿਗਨਲ ਭੇਜਣ ਤੋਂ ਬਹੁਤ ਪਹਿਲਾਂ ਮੌਜੂਦ ਸੀ। ਹਰ ਚੀਜ਼ ਦੀ ਸ਼ੁਰੂਆਤ ਇਸ ਇੱਕ ਵਿਚਾਰ ਤੋਂ ਹੁੰਦੀ ਹੈ। 1864 ਵਿੱਚ ਮੈਕਸਵੈਲ ਨੇ ਸਿਰਫ ਗਣਿਤ ਦੀ ਵਰਤੋਂ ਕਰਕੇ ਇਹ ਸਿਧਾਂਤ ਦਿੱਤਾ ਕਿ ਬਿਜਲੀ ਅਤੇ ਚੁੰਬਕਤਾ ਮਿਲ ਕੇ ਅਦਿੱਖ ਤਰੰਗਾਂ ਦੇ ਰੂਪ ਵਿੱਚ ਸਪੇਸ ਵਿੱਚ ਸਫ਼ਰ ਕਰ ਸਕਦੇ ਹਨ। ਉਸਨੇ ਇਹਨਾਂ ਨੂੰ ਕਦੇ ਦੇਖਿਆ ਨਹੀਂ, ਪਰ ਉਸਦੀਆਂ ਕੈਲਕੂਲੇਸ਼ਨਾਂ ਨੇ ਦੱਸਿਆ ਕਿ ਇਹ ਮੌਜੂਦ ਹੋਣੀਆਂ ਚਾਹੀਦੀਆਂ ਹਨ। ਇੱਕ ਤਰ੍ਹਾਂ ਨਾਲ ਇਹ ਰੇਡੀਓ ਦਾ ਸਿਧਾਂਤਿਕ ਜਨਮ ਸੀ। ਦੇਖੋ, ਇਹ ਕਹਾਣੀ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਕਈ ਦਹਾਕਿਆਂ ਦੀ ਖੋਜ ਦਾ ਨਤੀਜਾ ਹੈ। ਔਰਸਟੈਡ ਨੇ ਇੱਕ ਚੰਗਿਆੜੀ ਲੱਭੀ, ਮੈਕਸਵੈਲ ਨੇ ਗਣਿਤ ਨਾਲ ਇੱਕ ਵੱਡੀ ਅੱਗ ਦੀ ਭਵਿੱਖਬਾਣੀ ਕੀਤੀ ਅਤੇ ਫਿਰ 1888 ਵਿੱਚ ਹੈਨਰਿਕ ਹਰਟਜ਼ ਨੇ ਸੱਚਮੁੱਚ ਉਸ ਅੱਗ ਨੂੰ ਜਗਾਇਆ। ਉਸਨੇ ਆਪਣੀ ਲੈਬ ਵਿੱਚ ਰੇਡੀਓ ਤਰੰਗਾਂ ਬਣਾ ਕੇ ਅਤੇ ਫੜ ਕੇ ਮੈਕਸਵੈਲ ਦੀ ਥਿਊਰੀ ਨੂੰ ਹਕੀਕਤ ਵਿੱਚ ਬਦਲ ਦਿੱਤਾ। ਅਤੇ ਇਹ ਗੱਲ ਬੜੀ ਦਿਲਚਸਪ ਹੈ। ਜਿਸ ਬੰਦੇ ਨੇ ਇਹ ਸਾਬਿਤ ਕੀਤਾ ਕਿ ਰੇਡੀਓ ਤਰੰਗਾਂ ਮੌਜੂਦ ਹਨ, ਉਸਨੇ ਖੁਦ ਸੋਚਿਆ ਕਿ ਇਹ ਸਿਰਫ ਇੱਕ ਲੈਬ ਦੀ ਦਿਲਚਸਪ ਚੀਜ਼ ਹੈ, ਇਸ ਦਾ ਕੋਈ ਅਸਲ ਫਾਇਦਾ ਨਹੀਂ ਹੈ। ਉਸਨੂੰ ਇਸ ਵਿੱਚ ਸੰਚਾਰ ਦਾ ਭਵਿੱਖ ਬਿਲਕੁਲ ਨਜ਼ਰ ਨਹੀਂ ਆਇਆ। ਇਸ ਖਾਲੀ ਥਾਂ ਨੂੰ ਭਰਨ ਲਈ ਇੱਕ ਵੱਖਰੀ ਕਿਸਮ ਦੀ ਸੋਚ ਦੀ ਲੋੜ ਸੀ। ਅਤੇ ਇੱਥੇ ਹੀ ਸਾਡੀ ਕਹਾਣੀ ਦਾ ਦੂਜਾ ਹਿੱਸਾ ਸ਼ੁਰੂ ਹੁੰਦਾ ਹੈ, ਉੱਦਮੀ ਚੰਗਿਆੜੀ। ਇੱਥੇ ਮਾਰਕੋਨੀ ਦੀ ਐਂਟਰੀ ਹੁੰਦੀ ਹੈ, ਇੱਕ ਵਿਗਿਆਨੀ ਵਜੋਂ ਨਹੀਂ, ਬਲਕਿ ਇੱਕ ਵਿਜ਼ਨਰੀ ਵਜੋਂ। ਇਹ ਦੋ ਬਿਲਕੁਲ ਵੱਖਰੀਆਂ ਸੋਚਾਂ ਦਾ ਫਰਕ ਹੈ। ਹਰਟਜ਼ ਪੁੱਛ ਰਿਹਾ ਸੀ ਇਹ ਕਿਵੇਂ ਕੰਮ ਕਰਦਾ ਹੈ, ਜਦਕਿ ਮਾਰਕੋਨੀ ਪੁੱਛ ਰਿਹਾ ਸੀ ਇਸ ਨਾਲ ਕੀ ਕੀਤਾ ਜਾ ਸਕਦਾ ਹੈ। ਮਾਰਕੋਨੀ ਦੀ ਅਸਲ ਪ੍ਰਤਿਭਾ ਕੋਈ ਨਵੀਂ ਚੀਜ਼ ਲੱਭਣ ਵਿੱਚ ਨਹੀਂ, ਬਲਕਿ ਪਹਿਲਾਂ ਤੋਂ ਮੌਜੂਦ ਚੀਜ਼ਾਂ ਨੂੰ ਮਿਲਾ ਕੇ ਇੱਕ ਕੰਮ ਕਰਨ ਵਾਲਾ ਸਿਸਟਮ ਬਣਾਉਣ ਵਿੱਚ ਸੀ। ਤਾਂ ਉਸਨੇ ਕੀਤਾ ਕੀ? ਉਸਨੇ ਪਹਿਲਾਂ ਤੋਂ ਮੌਜੂਦ ਚੀਜ਼ਾਂ ਜਿਵੇਂ ਕੋਹੀਰਰ ਅਤੇ ਟਰਾਂਸਮਿਟਰ ਨੂੰ ਲਿਆ, ਪਰ ਉਸਨੇ ਦੋ ਬਹੁਤ ਜ਼ਰੂਰੀ ਬਦਲਾਵ ਕੀਤੇ। ਉਸਨੇ ਟਰਾਂਸਮਿਟਰ ਅਤੇ ਰਿਸੀਵਰ ਦੋਵਾਂ ਨੂੰ ਜ਼ਮੀਨ ਨਾਲ ਜੋੜਿਆ ਅਤੇ ਇੱਕ ਬਹੁਤ ਉੱਚਾ ਐਂਟੀਨਾ ਵਰਤਿਆ। ਇਨ੍ਹਾਂ ਦੋ ਕਦਮਾਂ ਨਾਲ ਰੇਂਜ ਕੁਝ ਫੁੱਟ ਤੋਂ ਵੱਧ ਕੇ ਕਈ ਮੀਲਾਂ ਤੱਕ ਪਹੁੰਚ ਗਈ। ਉਸਨੇ ਇੱਕ ਲੈਬ ਦੇ ਖਿਡੌਣੇ ਨੂੰ ਇੱਕ ਅਸਲ ਸੰਚਾਰ ਸਾਧਨ ਬਣਾ ਦਿੱਤਾ ਸੀ। ਜਦੋਂ ਉਸਨੂੰ ਆਪਣੇ ਦੇਸ਼ ਇਟਲੀ ਵਿੱਚ ਸਮਰਥਨ ਨਾ ਮਿਲਿਆ ਤਾਂ ਉਹ ਇੰਗਲੈਂਡ ਚਲਾ ਗਿਆ। ਇਹ ਇੱਕ ਬਿਜ਼ਨਸਮੈਨ ਵਾਲਾ ਕਦਮ ਸੀ। ਉਸਨੇ ਆਪਣੀ ਤਕਨਾਲੋਜੀ ਨੂੰ ਪੇਟੈਂਟ ਕਰਵਾਇਆ, ਸਿਰਫ ਇੱਕ ਵਿਚਾਰ ਨੂੰ ਨਹੀਂ, ਬਲਕਿ ਇੱਕ ਪੂਰੇ ਕੰਮ ਕਰਨ ਵਾਲੇ ਸਿਸਟਮ ਨੂੰ। ਇਸ ਦੇ ਨਾਲ ਹੀ ਵਪਾਰਿਕ ਰੇਡੀਓ ਯੁੱਗ ਦੀ ਅਸਲ ਸ਼ੁਰੂਆਤ ਹੋਈ। ਖੈਰ, ਇੱਕ ਥਿਊਰੀ ਨੂੰ ਸਾਬਿਤ ਕਰਨਾ ਇੱਕ ਗੱਲ ਹੈ, ਪਰ ਦੁਨੀਆ ਨੂੰ ਉਸ ਦੀ ਅਸਲ ਕੀਮਤ ਦਿਖਾਉਣਾ ਬਿਲਕੁਲ ਵੱਖਰੀ ਗੱਲ ਹੈ। ਅਤੇ ਕੁਝ ਵੀ ਮਾਰਕੋਨੀ ਦੇ ਸਿਸਟਮ ਦੀ ਤਾਕਤ ਨੂੰ ਟਾਈਟੈਨਿਕ ਦੀ ਦੁਖਦਾਈ ਕਹਾਣੀ ਜਿੰਨਾ ਸਾਫ਼ ਤੌਰ ਤੇ ਨਹੀਂ ਦਰਸਾਉਂਦਾ। ਇਹ ਇੱਕ ਬਹੁਤ ਹੀ ਖਾਸ ਨੁਕਤਾ ਹੈ। ਜਦੋਂ ਟਾਈਟੈਨਿਕ ਡੁੱਬ ਰਿਹਾ ਸੀ ਤਾਂ ਉਸ ਤੇ ਮੌਜੂਦ ਰੇਡੀਓ ਸਿਸਟਮ ਮਾਰਕੋਨੀ ਦਾ ਸੀ ਅਤੇ ਉਸ ਨੂੰ ਚਲਾਉਣ ਵਾਲੇ ਆਪਰੇਟਰ ਵੀ ਮਾਰਕੋਨੀ ਦੀ ਹੀ ਕੰਪਨੀ ਦੇ ਸਨ। ਉਸ ਦਾ ਬਿਜ਼ਨਸ ਸਿੱਧੇ ਤੌਰ ਤੇ ਇਤਿਹਾਸ ਦੇ ਸਭ ਤੋਂ ਵੱਡੇ ਬਚਾਅ ਕਾਰਜਾਂ ਵਿੱਚੋਂ ਇੱਕ ਨਾਲ ਜੁੜਿਆ ਹੋਇਆ ਸੀ। 700 ਤੋਂ ਵੱਧ
ਇਹ ਉਹਨਾਂ ਲੋਕਾਂ ਦੀ ਗਿਣਤੀ ਹੈ ਜਿਨ੍ਹਾਂ ਦੀ ਜਾਨ ਬਚਾਈ ਗਈ, ਕਿਉਂਕਿ 58 ਮੀਲ ਦੂਰ ਇੱਕ ਹੋਰ ਜਹਾਜ਼ ਕਾਰਪੇਥੀਆ ਨੇ ਟਾਈਟੈਨਿਕ ਦਾ ਵਾਇਰਲੈਸ ਐਮਰਜੈਂਸੀ ਸਿਗਨਲ ਸੁਣ ਲਿਆ ਸੀ। ਜੇ ਮਾਰਕੋਨੀ ਦਾ ਸਿਸਟਮ ਨਾ ਹੁੰਦਾ ਤਾਂ ਸ਼ਾਇਦ ਕੋਈ ਵੀ ਨਾ ਬਚਦਾ। ਇਸ ਇੱਕ ਰਾਤ ਵਿੱਚ ਵਾਇਰਲੈਸ ਇੱਕ ਨਵੀਨਤਾ ਤੋਂ ਇੱਕ ਜ਼ਰੂਰਤ ਬਣ ਗਿਆ। ਇਸ ਘਟਨਾ ਤੋਂ ਬਾਅਦ ਮਾਰਕੋਨੀ ਸਿਰਫ ਇੱਕ ਖੋਜੀ ਨਹੀਂ ਰਿਹਾ, ਉਹ ਇੱਕ ਗਲੋਬਲ ਹੀਰੋ ਬਣ ਗਿਆ। ਇਸ ਸਰਕਾਰੀ ਬਿਆਨ ਨੇ ਉਸ ਦੀ ਜਨਤਕ ਛਵੀ ਨੂੰ ਪੱਕਾ ਕਰ ਦਿੱਤਾ। ਉਸ ਦੀ ਕੱਢ ਨੇ ਸੈਂਕੜੇ ਲੋਕਾਂ ਦੀ ਜਾਨ ਬਚਾਈ ਸੀ ਅਤੇ ਪੂਰੀ ਦੁਨੀਆ ਦੀ ਨਜ਼ਰਾਂ ਉਸ ਤੇ ਸਨ। ਪਰ ਇਤਿਹਾਸ ਕਦੇ ਵੀ ਸਿੱਧਾ ਨਹੀਂ ਹੁੰਦਾ। ਜਿਵੇਂ-ਜਿਵੇਂ ਮਾਰਕੋਨੀ ਦੀ ਪ੍ਰਸਿੱਧੀ ਵਧੀ, ਉਸੇ ਤਰ੍ਹਾਂ ਉਸ ਦੀ ਵਿਰਾਸਤ ਦੀਆਂ ਗੁੰਝਲਾਂ ਵੀ ਵੱਧਦੀਆਂ ਗਈਆਂ। ਉਸ ਦੀ ਕਹਾਣੀ ਦਾ ਆਖਰੀ ਹਿੱਸਾ ਵਿਵਾਦਾਂ ਨਾਲ ਭਰਿਆ ਹੋਇਆ ਹੈ। ਇਹ ਇੱਕ ਬਹੁਤ ਵੱਡਾ ਝਟਕਾ ਸੀ। ਮਾਰਕੋਨੀ ਦੀ ਮੌਤ ਤੋਂ ਕੁਝ ਸਾਲ ਬਾਅਦ ਅਮਰੀਕੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਰੇਡੀਓ ਦੇ ਬੁਨਿਆਦੀ ਕੰਪੋਨੈਂਟਾਂ ਦੇ ਪੇਟੈਂਟ ਅਸਲ ਵਿੱਚ ਟੈਸਲਾ, ਲੌਜ ਅਤੇ ਹੋਰਾਂ ਦੇ ਸਨ, ਜੋ ਮਾਰਕੋਨੀ ਤੋਂ ਪਹਿਲਾਂ ਆਏ ਸਨ। ਇਸ ਫੈਸਲੇ ਨੇ ਰੇਡੀਓ ਦਾ ਅਸਲ ਖੋਜੀ ਕੌਣ ਹੈ, ਇਸ ਬਹਿਸ ਨੂੰ ਮੁੜ ਤੋਂ ਛੇੜ ਦਿੱਤਾ। ਇਸ ਦੇ ਨਾਲ ਹੀ ਉਸ ਦੀ ਰਾਜਨੀਤੀ ਵੀ ਕਾਫੀ ਗੁੰਝਲਦਾਰ ਸੀ। ਮਾਰਕੋਨੀ ਇਟਲੀ ਵਿੱਚ ਮੁਸੋਲਿਨੀ ਦੇ ਫਾਸ਼ੀਵਾਦੀ ਸ਼ਾਸਨ ਦਾ ਇੱਕ ਵੱਡਾ ਸਮਰਥਕ ਬਣ ਗਿਆ ਸੀ ਅਤੇ ਉਸਨੇ ਸ਼ਾਸਨ ਵਿੱਚ ਉੱਚੇ ਅਹੁਦੇ ਵੀ ਸੰਭਾਲੇ। ਇਹ ਉਸ ਦੀ ਵਿਰਾਸਤ ਦਾ ਇੱਕ ਅਹਿਮ ਪਰ ਅਕਸਰ ਨਜ਼ਰਅੰਦਾਜ਼ ਕੀਤਾ ਜਾਣ ਵਾਲਾ ਅਤੇ ਕਾਫੀ ਪਰੇਸ਼ਾਨ ਕਰਨ ਵਾਲਾ ਪਹਿਲੂ ਹੈ। ਤਾਂ ਫਿਰ ਇਹ ਸਭ ਜਾਣਨ ਤੋਂ ਬਾਅਦ ਅਸੀਂ ਮਾਰਕੋਨੀ ਨੂੰ ਕਿਵੇਂ ਯਾਦ ਰੱਖੀਏ? ਸ਼ਾਇਦ ਸਾਨੂੰ ਸਵਾਲ ਨੂੰ ਹੀ ਬਦਲਣ ਦੀ ਲੋੜ ਹੈ। ਜਦੋਂ ਇਸ ਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਤਾਂ ਪੂਰੀ ਤਸਵੀਰ ਸਾਫ਼ ਹੋ ਜਾਂਦੀ ਹੈ। ਦੇਖੋ, ਖੋਜ ਕੋਈ ਇੱਕ ਪਲ ਦੀ ਘਟਨਾ ਨਹੀਂ ਹੁੰਦੀ, ਇਹ ਇੱਕ ਲੰਬੀ ਪ੍ਰਕਿਰਿਆ ਹੈ। ਮੈਕਸਵੈਲ ਨੇ ਸੁਪਨਾ ਦੇਖਿਆ, ਹਰਟਜ਼ ਨੇ ਇਸ ਨੂੰ ਸਾਬਿਤ ਕੀਤਾ, ਟੈਸਲਾ ਵਰਗਿਆਂ ਨੇ ਇਸ ਨੂੰ ਬਿਹਤਰ ਬਣਾਇਆ, ਪਰ ਮਾਰਕੋਨੀ ਉਹ ਸੀ ਜਿਸ ਨੇ ਇਸ ਨੂੰ ਇੱਕ ਅਜਿਹੀ ਹਕੀਕਤ ਬਣਾਇਆ ਜੋ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਸਕੇ। ਅਤੇ ਸ਼ਾਇਦ ਇਹੀ ਸਭ ਤੋਂ ਮਹੱਤਵਪੂਰਨ ਨੁਕਤਾ ਹੈ। ਹੋ ਸਕਦਾ ਹੈ ਕਿ ਉਹ ਪਹਿਲਾ ਇਨਸਾਨ ਨਹੀਂ ਸੀ ਜਿਸਨੇ ਰੇਡੀਓ ਬਾਰੇ ਸੋਚਿਆ ਸੀ, ਪਰ ਉਹ ਯਕੀਨਨ ਪਹਿਲਾ ਇਨਸਾਨ ਸੀ ਜਿਸਨੇ ਇਸ ਨੂੰ ਕੰਮ ਕਰਨ ਵਾਲਾ, ਪਰ ਭਰੋਸੇਮੰਦ ਅਤੇ ਵਪਾਰਿਕ ਤੌਰ ਤੇ ਸਫਲ ਬਣਾਇਆ। ਉਸਨੇ ਇੱਕ ਸਿਧਾਂਤ ਨੂੰ ਇੱਕ ਟੈਕਨੋਲੋਜੀ ਵਿੱਚ ਅਤੇ ਇੱਕ ਟੈਕਨੋਲੋਜੀ ਨੂੰ ਇੱਕ ਗਲੋਬਲ ਨੈਟਵਰਕ ਵਿੱਚ ਬਦਲ ਦਿੱਤਾ। ਅਤੇ ਇਹੀ ਸਵਾਲ ਹੈ ਜੋ ਮਾਰਕੋਨੀ ਦੀ ਵਿਰਾਸਤ ਸਾਡੇ ਸਾਹਮਣੇ ਛੱਡ ਜਾਂਦੀ ਹੈ। ਇਹ ਸਿਰਫ ਇਤਿਹਾਸ ਬਾਰੇ ਨਹੀਂ, ਬਲਕਿ ਇਸ ਬਾਰੇ ਹੈ ਕਿ ਅਸੀਂ ਨਵੀਨਤਾ ਅਤੇ ਪ੍ਰਤਿਭਾ ਨੂੰ ਕਿਵੇਂ ਦੇਖਦੇ ਹਾਂ। ਅਸੀਂ ਕਿਸ ਨੂੰ ਵੱਡਾ ਮੰਨੀਏ, ਉਸ ਨੂੰ ਜਿਸਨੇ ਪਹਿਲੀ ਵਾਰ ਸੋਚਿਆ, ਜਾਂ ਉਸ ਨੂੰ ਜਿਸਨੇ ਉਸ ਸੋਚ ਨੂੰ ਹਕੀਕਤ ਵਿੱਚ ਬਦਲ ਕੇ ਦੁਨੀਆ ਤੱਕ ਪਹੁੰਚਾਇਆ। ਅਤੇ ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਕੋਈ ਸੌਖਾ ਜਵਾਬ ਨਹੀਂ ਹੈ।